8ਵੀਂ ਕਲਾਸ ਦੇ ਸਾਰੇ ਵਿਦਿਆਰਥੀ ਨੂੰ ਸਤਿ ਸ਼੍ਰੀ ਅਕਾਲ। ਜਿਹੜਾ 8 ਮਈ 2020 ਨੂੰ ਆਨਲਾਈਨ ਟੈਸਟ ਹੋਇਆ ਉਹਦੇ ਵਿੱਚ ਬਹੁਤ ਸਾਰੇ ਬੱਚੇ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਇਹ ਟੈਸਟ ਦਿੱਤਾ ਵਾ। ਤਕਰੀਬਨ 80% ਤੋਂ ਜ਼ਿਆਦਾ ਬੱਚਿਆਂ ਨੇ ਇਸ ਟੈਸਟ ਵਿੱਚ ਭਾਗ ਲਿਆ। ਅੱਜ ਆਪਾਂ ਇਸ ਟੈਸਟ ਬਾਰੇ ਚਰਚਾ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾ ਜਿਹੜਾ ਸਵਾਲ ਸੀ ਉਹ ਇਹ ਸੀ ਕਿ ਸਭ ਤੋਂ ਛੋਟੀ ਪੂਰਨ ਸੰਖਿਆ ਲਿਖੋ। ਸਭ ਤੋਂ छोटी पूर्ण संख्या, पूर्ण मतलब होल नंबर्स, पूर्ण संख्या लिखो। और पूर्ण संख्या दसन तो पहला पूर्ण संख्या आप कहने होल नंबर्स। उस तो पहले थोड़ी जी आप इन्हां नंबर्स बारे चर्चा कर लीए थोड़ी जी। सब तो पहला तो इंसान नूं लोड़ पई है जो चीज़ां नूं साडीआं अखां वेखदियां ने उन्हां नूं गिणन वास्ते। ते साडीआं अखां ने गिणिया किहनूं जी? सब तो पहिलां ने मनुक्खां नूं देखिया, जानवरां नूं देखिया, रुੱਖਾਂ नूं देखिया। हुण तो बच्चे क्लास च आउंदे हो अपने क्लास विच पक्खे गिणदे आ, बेंच गिणदे आ, अपने स्टूडेंट्स गिणदे आ, पर जदों भी वो चीज़ां नूं गिणदे आ ते हमेशा ही गिणदे कितों 1 2 3 4 5 ते 100। ये ਜਿਹੜੇ ਆਪਾਂ ਸਿੰਬਲਸ ਲਏ ਨੇ ਚੀਜ਼ਾਂ ਨੂੰ ਗਿਣਨ ਵਾਸਤੇ, ਤੇ ਉਹ ਚੀਜ਼ਾਂ ਬਣਾਈਆਂ ਕਿਹਨੇ? ਨੇਚਰ ਨੇ, ਕੁਦਰਤ ਨੇ। ਇਸ ਕਰਕੇ ਕੁਦਰਤ ਦੀਆਂ ਚੀਜ਼ਾਂ ਗਿਣਨ ਲਈ ਜਿਹੜੇ ਸਿੰਬਲ ਯੂਜ਼ ਕੀਤੇ ਗਏ ਆ ਉਹਨੂੰ ਅਸੀਂ ਕਿਹਾ ਕੁਦਰਤੀ ਸੰਖਿਆ। ਪਰ ਕੁਦਰਤੀ ਅੰਗਰੇਜ਼ੀ ਕੀ ਆ? ਨੇਚਰ, ਨੈਚੁਰਲ ਨੰਬਰਸ। ਇਸ ਕਰਕੇ ਆਪਾਂ ਇਹਨੂੰ ਇੰਗਲਿਸ਼ ਵਿੱਚ ਨੈਚੁਰਲ ਨੰਬਰਸ ਕਹਿੰਦੇ ਆ, ਔਰ ਪੰਜਾਬੀ ਵਿੱਚ ਕੁਦਰਤੀ ਸੰਖਿਆ ਵੀ ਕਹਿ ਲੈਂਦੇ ਆ, ਔਰ ਪ੍ਰਕਿਰਤਿਕ ਸੰਖਿਆ ਵੀ ਕਹਿੰਦੇ ਆ। ਤੇ ਜੇਕਰ ਸਾਨੂੰ ਕਹੇ ਵੀ ਸਭ ਤੋਂ ਛੋਟੀ ਕੁਦਰਤੀ ਸੰਖਿਆ ਕਿਹੜੀ ਆ? 1 ਆ। ਸਭ ਤੋਂ ਵੱਡੀ ਕੁਦਰਤੀ ਸੰਖਿਆ ਲਿਖਣੀ ਸੰਭਵ ਨਹੀਂ, ਕਿਉਂਕਿ ਗਿਣਤੀ ਤੇ ਵੱਡੀ ਹੁੰਦੀ ਹੀ ਜਾਂਦੀ ਆ। ਜਦੋਂ ਇਹ ਚੀਜ਼ਾਂ ਗਿਣ ਲਈ ਤਾਂ ਆਪਾਂ ਸਿੰਬਲ ਯੂਜ਼ ਕਰ ਲਏ, ਪਰ ਜਦੋਂ ਅਸੀਂ ਇਹ ਗੱਲ ਕਹਿਣੀ ਵੀ ਮੇਰੀ ਜੇਬ ਇਸ ਵੇਲੇ ਖਾਲੀ ਆ ਜਾਂ ਡੱਬੇ ਵਿੱਚ ਕੋਈ ਰੋਟੀ ਨਹੀਂ, ਬੱਚੇ ਪੈਕਟ 'ਚੋਂ ਸਾਰੇ ਬਿਸਕੁਟ ਖਤਮ ਹੋ ਗਏ ਆ, ਉਸ ਖਾਲੀ ਨੂੰ ਸ਼ੋਅ ਕਰਨ ਲਈ ਜਿਹੜਾ ਸਿੰਬਲ ਯੂਜ਼ ਕੀਤਾ ਉਹ ਸੀ ਜੀ 0। ਤੇ ਫਿਰ 0 ਤੇ ਇਹ ਸਾਰੀ ਗਿਣਤੀ ਮਿਲ ਕੇ ਇਹਦਾ ਆਪਾਂ ਨਾਂ ਰੱਖਿਆ ਵੀ ਹੋਲ ਨੰਬਰਸ। ਵੀ ਸਾਡਾ ਕੰਮ ਪੂਰਾ ਹੋ ਗਿਆ ਵਾ, ਤੇ ਅਸੀਂ ਪੰਜਾਬੀ ਜਿਹਨੂੰ ਕਹਿੰਦਾ ਪੂਰਨ ਸੰਖਿਆ, ਔਰ ਅੰਗਰੇਜ਼ੀ ਵਿੱਚ ਆਪਾਂ ਇਹਨੂੰ ਕਿਹਾ ਜੀ ਹੋਲ ਨੰਬਰਸ। ਹੁਣ ਇਹ ਤੋਂ ਸਭ ਤੋਂ ਛੋਟੀ ਪੂਰਨ ਸੰਖਿਆ ਕੀ ਹੈ ਜੀ? 0। ਇਸ ਕਰਕੇ ਸਾਡੇ ਪਹਿਲੇ ਕੁਐਸਚਨ ਦਾ ਜਿਹੜਾ ਆਨਸਰ ਸੀ ਕਿ ਸਭ ਤੋਂ ਛੋਟੀ ਪੂਰਨ ਸੰਖਿਆ ਦੱਸੋ, ਤੇ ਕਹਾਂਗੇ ਕਿ ਸਭ ਤੋਂ ਛੋਟੀ ਪੂਰਨ ਸੰਖਿਆ ਕੌਣ ਹੈ ਜੀ? 0 ਹੈ ਜੀ। ਇਹ ਸਾਡਾ ਪਹਿਲਾ ਆਨਸਰ ਸੀ। ਔਰ ਜਿਉਂ ਆਪਾਂ ਅਗਲੇ ਸਵਾਲਾਂ ਨੂੰ ਵੀ ਜਾਵਾਂਗੇ ਤੇ ਹੋਰ ਗੱਲ ਵੀ ਇੱਥੇ ਕਰੀ ਜਾਵਾਂਗੇ, ਤਾਂ ਕਿ ਆਪਾਂ ਨਾਲ ਦੇ ਨਾਲ ਕੁਝ ਸੰਖਿਆ ਬਾਰੇ ਹੋਰ ਸਿੱਖ ਸਕੀਏ ਜੀ। ਦੂਸਰੇ ਕੁਐਸਚਨ ਦੇ ਵਿੱਚ ਗੱਲ ਇਹ ਸੀ ਵੀ ਜਦੋਂ ਅਸੀਂ ਇਹ ਪੂਰਨ ਸੰਖਿਆ ਤੇ ਪਹੁੰਚ ਗਏ ਤੇ ਫਿਰ ਸਾਨੂੰ ਹੋਰ ਗੱਲਾਂ ਦੀ ਵੀ ਲੋੜ ਪਈ। ਘੱਟ ਇੱਕ ਚੀਜ਼ ਆ, ਘੱਟ 2 ਚੀਜ਼ਾਂ ਨੇ, ਤੇ ਉਹਦੇ ਲਈ ਆਪਾਂ -1 -2 ਤੇ -3 ਇਹਦੀ ਖੋਜ ਹੋਈ। ਔਰ ਜਦੋਂ ਇਹ ਨੰਬਰਸ ਨੈਗੇਟਿਵ ਨੰਬਰਸ, ਪੋਜ਼ੀਟਿਵ ਨੰਬਰਸ ਤੇ 0, ਇਹਨਾਂ ਸਭ ਨੂੰ ਮਿਲ ਕੇ, ਸਭ ਨੂੰ ਮਿਲਾ ਕੇ ਅਸੀਂ ਕਹਿ ਦਿੱਤਾ ਜੀ ਸੰਪੂਰਨ। ਫਿਰ ਪੂਰਨ ਤੋਂ ਕੀ ਬਣ ਗਿਆ ਜੀ? ਸੰਪੂਰਨ। ਔਰ ਇੰਗਲਿਸ਼ ਵਿੱਚ ਇਹਨੂੰ ਕਿਹਾ ਜੀ ਇੰਟੀਜਰਸ। ਜਦੋਂ ਆਪਾਂ ਇੰਟੀਜਰ ਵਿੱਚ ਪਹੁੰਚ ਗਏ, ਹੁਣ ਸਭ ਤੋਂ ਛੋਟੀ ਸੰਪੂਰਨ ਸੰਖਿਆ ਨਾ ਦੇ ਛੋਟੇ ਵਾਲੇ ਪਾਸੇ ਘਟਦੀ ਆ ਤੇ ਨਾ ਵੱਡੇ ਪਾਸੇ ਵਾਲੇ ਵੀ ਵਧੀ ਜਾਂਦੀ ਹੈ, ਨਹੀਂ ਤਾਂ ਹੋਰ ਘਟੀ ਜਾਂਦੀ ਹੈ। ਨਾ ਸਾਡੇ ਕੋਲੋਂ ਸਭ ਤੋਂ ਛੋਟੀ ਸੰਪੂਰਨ ਲਿਖਣੀ ਸੰਭਵ ਆ, ਤੇ ਨਾ ਸਾਡੇ ਕੋਲੋਂ ਸਭ ਤੋਂ ਵੱਡੀ ਸੰਪੂਰਨ ਸੰਖਿਆ ਲਿਖਣੀ ਸੰਭਵ ਆ, ਕਿਉਂਕਿ ਦੋਵੇਂ ਪਾਸੇ ਨੂੰ ਚੀਜ਼ਾਂ ਵਧੀ ਜਾ ਰਹੀਆਂ ਨੇ। ਹੁਣ ਇਹਨਾਂ ਵਿੱਚ ਇਹ ਤੇ ਆ ਗਏ ਨੰਬਰ, ਪਰ ਸਾਡੇ ਕੋਲ ਜੀ ਇਹ ਨਹੀਂ ਆਏ ਜੀ। ਇਹਨਾਂ ਵਿੱਚ ਕੌਣ ਨਹੀਂ ਆਏ? ਜਿੱਦਾਂ ਸਾਨੂੰ ਕਹਿੰਦੇ ਕਈ ਵਾਰੀ ਵੀ ਜਾਓ ਜੀ ਬੱਚੇ ਦੁਕਾਨ ਤੋਂ 1.5 ਕਿਲੋ ਖੰਡ ਲੈ ਆਓ, ਤਾਂ 1.5 ਕਿਲੋ ਇੱਥੇ ਹੈ ਜੀ। ਇਹਦੇ ਵਿੱਚ 1 ਤੇ 2 ਦੇ ਵਿੱਚ 1.5 ਕਹਿ ਲਓ, ਤੇ ਭਾਵੇਂ 3/2 ਕਹਿ ਲਓ, ਭਾਵੇਂ ਇੱਦਾਂ ਕਹਿ ਲਓ 1 ਕਿਲੋ ਤੇ ਨਾਲ 1/2 ਕਿਲੋ। ਆਹ ਸਾਰੀਆਂ ਚੀਜ਼ਾਂ ਕਿ ਨੇ 1.5 ਕਿਲੋ, 1.5। ਹੋਰ ਸਾਡੇ ਕੋਲ ਬੜੀਆਂ ਇੱਥੇ ਜੀ 3.2, ਜਾਂ ਸਾਡੇ ਕੋਲ ਜੀ 14/3। ਇਹ ਜਿੰਨੇ ਬਟੀਆਂ ਵਾਲੇ ਸੀ ਸਾਡੇ ਕੋਲ -7/2। ਜਿਹੜੇ ਆ ਵੀ ਨੰਬਰ ਸਾਰੇ ਨੇ, ਇਹਨਾਂ ਸਾਰਿਆਂ ਥੱਲੇ ਵੀ 1 ਲੱਗਿਆ ਵਾ। ਕਿਉਂਕਿ ਆਪਾਂ ਟੈਸਟ ਦੀ ਚਰਚਾ ਕਰ ਰਹੇ ਹਾਂ ਤੇ ਮੈਂ ਜ਼ਿਆਦਾ ਇੱਥੇ ਨਹੀਂ ਦੱਸਣਾ ਚਾਹਾਂਗਾ, ਬਸ ਇੰਨੀ ਗੱਲ ਦੱਸਣੀ ਆ ਵੀ ਇਹਨਾਂ ਨੰਬਰਾਂ ਸਾਰਿਆਂ ਥੱਲੇ 1 ਲੱਗਿਆ ਵਾ। ਪਰ ਇਹ ਵੀ ਗੱਲ ਨਾ ਕਰਾਂ, ਸਿਰਫ ਇੰਨੀ ਗੱਲ ਕਰਦਾ ਕਿ ਜਿੰਨੇ ਵੀ ਬਟਿਆਂ ਵਾਲੇ ਨੰਬਰ ਪੁਆਇੰਟਸ ਵਾਲੇ
पर पॉइंट्स वाले किदां दे 2.34 ਜਿਹੜੇ ਪੁਆਇੰਟ ਤੋਂ ਬਾਅਦ ਨਾ ਟਰਮੀਨੇਟ ਹੋ ਜਾਣ, ਸ਼ਾਂਤ ਹੋ ਜੇ ਦਸ਼ਮਲਵ ਵਿਸਤਾਰ, ਤੇ ਜਾਂ ਸਾਡੇ ਕੋਲੇ ਬਾਰ ਵਾਲੇ। ਇਹ ਜਿਹੜੇ ਸਾਰੇ ਨੰਬਰ ਨੇ ਜਿੰਨੇ ਵੀ ਨੇ ਇਹ ਸਾਰੇ ਕੀ ਨੇ? ਪਰਿਮੇਯ ਸੰਖਿਆ। ਔਰ ਇਹਨੂੰ ਆਪਾਂ ਕੀ ਕਹਿੰਦੇ ਆ ਜੀ? ਰੈਸ਼ਨਲ ਨੰਬਰ। ਪਰਿਮੇਯ ਸੰਖਿਆ, ਰੈਸ਼ਨਲ ਨੰਬਰਸ। ਸਾਡੇ ਦੂਸਰੇ ਸਵਾਲ ਦੇ ਵਿੱਚ ਸਾਨੂੰ ਇਹ ਸਵਾਲ ਪੁੱਛਿਆ ਗਿਆ ਸੀ ਕਿ 7/6 ਔਰ 4/5 ਤੇ -2/3 ਨੂੰ ਆਪਾਂ ਕੀ ਕਵਾਂਗੇ ਜੀ? ਤੇ ਕਿਉਂਕਿ ਇਹ ਬਟਿਆਂ ਵਾਲੇ ਨੰਬਰ ਨੇ, ਸਿੰਪਲ ਜੀ ਗੱਲ ਆ, ਤੇ ਕਵਾਂਗੇ ਇਹ ਕੌਣ ਨੇ ਜੀ? ਸਾਡੇ ਸਾਰੇ ਹੀ ਪਰਿਮੇਯ ਸੰਖਿਆ ਵਾ, ਔਰ ਜਾਂ ਅਸੀਂ ਕਵਾਂਗੇ ਅੰਗਰੇਜ਼ੀ ਵਿੱਚ ਰੈਸ਼ਨਲ ਨੰਬਰਸ। ਤੀਸਰੇ ਸਵਾਲ ਵਿੱਚ ਸਾਡਾ ਸਵਾਲ ਸੀ ਕਿ ਤੁਸੀਂ ਦੱਸੋ ਕਿਹੜੀ ਸੰਖਿਆ ਵਾ ਜਿਸ ਦਾ ਉਲਟ ਕਰਮ ਕਰੀਏ ਤੇ ਉਹਨੂੰ ਫਰਕ ਨਹੀਂ ਪੈਂਦਾ, ਉਹ ਫਿਰ ਉਹੀ ਸੰਖਿਆ ਬਣ ਜਾਂਦੀ ਹੈ। ਕਹਿਣ ਦਾ ਮਤਲਬ ਵੀ ਜਿਸ ਤਰ੍ਹਾਂ ਸਾਡੇ ਕੋਲ ਲਿਖਿਆ ਜੀ 5, ਹੁਣ ਇਹਦਾ ਮਤਲਬ ਕੀ ਹੈ ਜੀ? ਇਹਦੇ ਥੱਲੇ 1 ਲੱਗਿਆ, ਕਿਉਂ? ਇਹਦਾ ਮਤਲਬ ਇਹ ਆ ਵੀ ਮੈਂ ਇਕੱਲਾ ਹੀ ਆ ਤੇ ਮੇਰੇ ਕੋਲ 5 ਰੁਪਏ ਆ। ਪਰ ਜਦੋਂ ਮੈਂ ਉਲਟ ਕਰ ਦਿੰਦਾ ਵਾ ਤੇ ਹੁਣ ਪਤਾ ਕੀ ਬਣ ਗਿਆ? ਹੁਣ ਬਣ ਗਿਆ ਜੀ ਰੁਪਇਆ ਤੇ ਇੱਕ ਆ ਪਰ 5 ਜਾਣਿਆਂ ਕੋਲ। ਕਿੰਨਾ ਗੱਲ ਦਾ ਫਰਕ ਪੈ ਗਿਆ। ਇੱਥੇ ਦੇਖੋ ਜੀ, ਇੱਥੇ 3 ਰੋਟੀਆਂ ਨੇ 2 ਜਣੇ ਖਾਣੀਆਂ, ਪਰ ਜੇਕਰ ਉਲਟ ਕਰ ਦਈਏ ਤੇ ਹੁਣ ਕੀ 2 ਰੋਟੀਆਂ 3 ਜਣੇ ਖਾਣੀਆਂ। ਉਸ ਗੱਲ ਦਾ ਉਲਟ ਕਿਹਦਾ ਮਤਲਬ ਹੀ ਬਦਲ ਜਾਂਦਾ ਵਾ। ਤੇ ਉਹ ਕਹਿੰਦੇ ਉਹ ਕਿਹੜਾ ਨੰਬਰ ਆ ਜਿਹਨੂੰ ਉਲਟ ਕੀਤੇ ਆ ਉਹਨੂੰ ਕੋਈ ਫਰਕ ਨਹੀਂ ਪੈਂਦਾ, ਤੇ ਉਹ ਸਾਡੇ ਕੋਲੇ ਕੀ ਹੈ ਜੀ? 1। ਇਹ ਸਾਡਾ ਤੀਸਰਾ ਸਵਾਲ ਹੈ ਜੀ, ਕਿਉਂਕਿ 1 ਦਾ ਉਲਟ ਕਰੀਏ ਥੱਲੇ 1 ਹੀ ਲੱਗਿਆ ਜੀ, ਤੇ ਉਲਟ ਕੀਤਾ ਵੀ ਕੀ ਬਣਦਾ ਜੀ? 1 ਹੀ। ਇਹਨੂੰ ਕੋਈ ਫਰਕ ਨਹੀਂ ਪੈਂਦਾ, 1 ਦਾ ਉਲਟ ਕਰਮ 1 ਹੀ ਹੈ ਜੀ। ਇਹ ਸਾਡਾ ਤੀਸਰਾ ਸਵਾਲ ਸੀ। ਔਰ ਚੌਥੇ ਸਵਾਲ ਦੇ ਵਿੱਚ ਇੱਕ ਗੱਲ ਹੋਰ ਕੀ ਗਈ ਆ, ਬੜੀ ਵਧੀਆ ਗੱਲ ਆ। ਚੌਥੇ ਸਵਾਲ 'ਚ ਕਿਹਾ ਗਿਆ ਵਾ, ਹਾਊ ਮੈਨੀ ਰੈਸ਼ਨਲ ਨੰਬਰਸ ਵੀ ਰਾਈਟ ਬਿਟਵੀਨ 2 ਰੈਸ਼ਨਲ ਨੰਬਰਸ। ਵੀ 2 ਪਰਿਮੇਯ ਸੰਖਿਆਵਾਂ ਦੇ ਵਿੱਚ ਅਸੀਂ ਕਿੰਨੀਆਂ ਸਾਰੀਆਂ ਪਰਿਮੇਯ ਸੰਖਿਆਵਾਂ ਲਿਖ ਸਕਦੇ ਹਾਂ। ਦੇਖੋ ਜੀ, ਜੇ ਤੇ ਗੱਲ ਕਹੀ ਕੋਈ ਸੰਖਿਆ ਲੈ ਲਓ 5 ਤੇ 6, ਇਹ ਵੀ ਦੋਵੇਂ ਰੈਸ਼ਨਲ ਨੰਬਰ ਹੀ ਨੇ। ਜੇਕਰ ਮੈਂ ਕਹਾਂ 5 ਤੇ 6 ਦੇ ਵਿੱਚ ਮੈਨੂੰ ਕੋਈ ਪ੍ਰਕਿਰਤਿਕ ਸੰਖਿਆ ਦੱਸੋ, ਨੈਚੁਰਲ ਨੰਬਰ 5 ਤੇ 6 ਦੇ ਵਿੱਚ, ਤੇ ਕੋਈ ਨਹੀਂ ਹੈਗਾ। ਹੈਗੀ ਕੌਣ ਨੇ ਇਹਦੇ ਵਿੱਚ? ਅੱਗੇ ਕੌਣ ਨੇ ਜੀ? 5.1, 5.2, 5.3। ਫਿਰ 5.1 ਤੇ 5.2 ਦੇ ਵਿੱਚ ਕੌਣ ਹੈ ਜੀ? 5.11, 5.12। ਕਹਿਣ ਦਾ ਮਤਲਬ 5 ਤੋਂ ਲੈ ਕੇ 6, ਜਿਹੜਾ ਇੱਥੇ 2 ਬਿੰਦੀਆਂ ਲਾਤੀਆਂ, ਇਹਦੇ ਵਿੱਚ ਲੱਖਾਂ ਕਰੋੜਾਂ ਹੋਰ ਨੰਬਰਸ ਨੇ, ਰੈਸ਼ਨਲ ਨੰਬਰਸ, ਰੈਸ਼ਨਲ ਪਰਿਮੇਯ ਸੰਖਿਆਵਾਂ। ਇਸ ਕਰਕੇ ਕੋਈ ਵੀ 2 ਪਰਿਮੇਯ ਸੰਖਿਆਵਾਂ ਦੇ ਵਿਚਕਾਰ ਅਣਗਿਣਤ, ਇਨਫਾਈਨਾਈਟ ਗਿਣੇ ਨਹੀਂ ਜਾ ਸਕਦੇ, ਅਨੰਤ 2 ਪਰਿਮੇਯ ਸੰਖਿਆਵਾਂ ਦੇ ਵਿੱਚ ਸਾਡੇ ਕੋਲੇ ਅਨੰਤ ਪਰਿਮੇਯ ਸੰਖਿਆਵਾਂ ਹੁੰਦੀਆਂ ਨੇ ਜੀ। ਔਰ ਅਗਲੀ ਗੱਲ, ਜਿਸ ਤਰ੍ਹਾਂ ਹੁਣੇ ਕੀਤਾ ਸੀ ਵੀ ਤੁਸੀਂ ਉਹ ਨੰਬਰ ਦੱਸੋ ਜਿਹੜਾ ਉਲਟ ਕਰਮ ਕੀਤੇ ਆ ਉਹ ਹੀ ਬਣ ਜੇ। ਤੇ ਹੁਣ ਸਵਾਲ ਇਹ ਆ, ਅਗਲਾ ਸਾਡਾ ਸਵਾਲ 5ਵਾਂ ਸਵਾਲ, ਉਹ ਨੰਬਰ ਦੱਸੋ ਜਿਸ ਦਾ ਉਲਟ ਕਰਮ ਨਹੀਂ ਹੁੰਦਾ ਜੀ। ਉਲਟ ਕਰਮ ਰੈਸੀਪ੍ਰੋਕਲ ਨਹੀਂ ਹੈ। ਹੁਣ ਦੇਖੋ ਜੀ, ਰੈਸੀਪ੍ਰੋਕਲ ਜੇਕਰ ਆਪਾਂ ਹੁਣੇ ਗੱਲ ਕੀਤੀ ਸੀ ਵੀ 2/3 ਦਾ ਰੈਸੀਪ੍ਰੋਕਲ 3/2 ਹੈ। ਪਰ ਜਦੋਂ ਮੈਂ ਇਹ ਗੱਲ ਕਹਿਣਾ ਵਾ ਕਿ ਸਾਡੇ 0 ਨੰਬਰ ਆਏ 10 ਵਿੱਚੋਂ, ਹੁਣ ਪੇਪਰ ਭਾਵੇਂ 10 ਦਾ ਹੋਵੇ ਭਾਵੇਂ 100 ਦਾ ਹੋਵੇ, ਸਾਡਾ ਨੰਬਰ 0 ਆ ਗਿਆ, ਇਹ ਤਾਂ ਗੱਲ ਬਣਦੀ ਆ। ਪਰ ਜਦੋਂ ਅਸੀਂ ਕਹਿੰਦੇ ਆ ਜੀ ਟੈਸਟ ਵਿੱਚ ਕੋਈ ਨੰਬਰ ਹੀ ਨਹੀਂ ਗਾ ਜੀ, ਟੈਸਟ ਕੋਈ ਨੰਬਰ ਵਾਲਾ ਹੈ ਹੀ ਨਹੀਂ ਗਾ, ਤੇ ਸਾਡੇ ਨੰਬਰ ਕਿੰਨੇ ਆਏ? ਕਹਿਣ ਦਾ ਮਤਲਬ ਇਹ ਆ ਕਿ ਅਸੀਂ 0 ਦਾ ਰੈਸੀਪ੍ਰੋਕਲ ਨਹੀਂ ਲਿਖ ਸਕਦੇ, 0 ਦਾ ਉਲਟ ਕਰਮ ਨਹੀਂ ਹੁੰਦਾ। ਉੱਦਾਂ ਅਸੀਂ ਕਹਿੰਦੇ ਆ ਵੀ ਕਿਸੇ ਨੰਬਰ ਦੀ ਜੇਕਰ 0 ਨਾਲ ਡਿਵੀਜ਼ੀਬਲ ਕਰੀਏ ਤਾਂ ਉਹ ਡਿਫਾਈਨਡ ਨਹੀਂ ਹੈਗਾ। ਇਹਦੇ ਬਾਰੇ ਫਰਦਰ ਸਟੱਡੀ ਹੈ, ਲੈਫਟ ਲਿਮਟ ਕੱਢਣੀ, ਰਾਈਟ ਲਿਮਟ ਫਾਈਂਡ ਕਰਨੀ ਆ। ਬਸ ਇੰਨੀ ਗੱਲ, 0 ਦਾ ਉਲਟ ਕਰਮ ਨਹੀਂ ਹੈ। ਇਹ ਸਾਡਾ ਜੀ ਸਵਾਲ ਸੀ 5ਵਾਂ। ਔਰ 6ਵੇਂ ਸਵਾਲ ਦੇ ਵਿੱਚ ਹੁਣੇ ਇਹੋ ਜਿਹੇ ਸਵਾਲ ਕੀਤੇ ਜੀ। 6ਵੇਂ ਸਵਾਲ 'ਚ ਉਹਨਾਂ ਨੇ ਗੱਲ ਕਹੀ ਆ
कि 1/5 का गुणात्मक उल्ट। हुण जिहड़ी गुणात्मक उल्ट है जी 6वें सवाल विच 1/5 का गुणात्मक उल्ट। गुणात्मक उल्ट तो भाव की है जी, आप सिर्फ इन्नी गल ही कहनी है भी 1/5 नूं किस चीज़ नाल मल्टीप्लाई करिए तो साडा आंसर कितना जी 1 है जी। तो हुण थल्ले 5 लग्या वा, 5 नूं कट्टण लई 5 उपर लावांगे, थल्ले 1 लावांगे, तो जो मल्टीप्लाई करेंगे 5 नाल 5 कट्टेगा तो आंसर कितना है जी 1। इस करके 1/5 का मल्टीप्लीकेटिव इनवर्स हो गई है जी 5। ये साडा 6वां सवाल है जी। 7वें सवाल दे विच भी बहुत ही सौखा काम है, थोड़ा जिहा भुलेखा पाया गया सी कि साडे कोले 7वें सवाल दे विच 2/-9 2/-9 का मीनिंग आ असल च ये स्टैंडर्ड फॉर्म नहीं हैगी, ये मैरी फॉर्म नहीं हैगी। जो भी कोई सानू रिएक्शन नंबर दिता हो तो असीं इहदी स्टैंडर्ड फॉर्म लिखनी होंदी है, मतलब भी जो नैगेटिव है ना थल्ले नहीं लाईदा उपर ला लईदा। तो कहिंदे भी इहदे विच की जमा करिए तो आंसर कितना है जी 0, क्योंकि असीं की फाइंड करन जा रहे हैं, असीं फाइंड कर रहे हैं 2/-9 का एडिटिव इनवर्स। और एडिटिव इनवर्स का की मतलब हुंदा जी जोड़ात्मक उल्ट। तो सिंपल देखो साढ़े को 5 आ प्लस का, तो आप की ऐड करिए तो साडा आंसर 0 हो जाए, तो वो कि जी उल्ट ही करना था -5। कहने का मतलब ये आ भी कोई दुकानदार आ तो मैं वो 10 रुपए देने किसी दुकानदार की, तो उन्होंने मतलब था -10 भी मैं करजाई हाँ, मैं किसी दुकानदार के 10 रुपए देने आ, मतलब मैं कि -10 आ, माइनस में आ, और मैं अपना कर्जा उतारना वा तो की करना होगा, जो मैंने 10 रुपए दे दाँगा मतलब कि +10 कर दाँगा तो मेरा कर्जा 0 हो जाएगा। इसका मतलब होता एडिटिव इनवर्स। हम जो साढ़े लिखा -2/9, यदा एडिटिव इनवर्स कहेगा 2/9। सिर्फ साइन ही आप चेंज करना होंगे वा, और वो पर शर्त यह है कि पहला वो स्टैंडर्ड फॉर्म लिखनी होंगी है। और इस तो अगला सवाल साढ़े को 8वां सवाल सी, वो भी बहुत वधिया सवाल है। 8वें सवाल के उन्होंने कहा कि 8वें सवाल के लिखा जी 6/13 7/13 की उल्ट क्रम के नाल इनवर्स के नाल मल्टीप्लाई करो, गुणा करो। हुण देखो जी ये की है 6 और 13 को मल्टीप्लाई करना इहदा उल्ट करके, और 7 और 13 का उल्ट क्या है जी 13/7। 13 और 13 कटिया गया तो आंसर कितना गया जी 6/7। ये साडा मतलब 8वां सवाल सी। 9वां सवाल ही बहुत आसान तो सौखा सी, -1/2 प्लस -1/2। जो भी ब्रैकेट के बाहर प्लस का साइन होवे तो अंदरले साइन में कुछ नहीं कहती, अपने आप जी ब्रैकेट आ वो हट जाती है साइन में चेंज किए तो बिना। जेकर बाहर माइनस हो तो फिर साइन चेंज होता वा। असल चीज़ का मतलब ये है कि भी साढ़े को 2 नैगेटिव रैशनल नंबर ने जिन्होंने आप ऐड करना वा। असल मीनिंग ये है तो बन गया जी -1 और 2 तो प्लस माइनस का की होता माइनस। अगे आप सीखा कि जेकर डिनोमीनेटर सेम हो तो आप उन्होंने चेक लेना होंगे जी 2, तो उत्ते आ गया -1 तो -1, वो बन गया जी -2 ओवर 2, 2 ने 2 कट के आंसर कितना है जी -1। ये साडा 9th का आंसर सी। और जो साडा 10th सवाल सी वो भी बहुत सौखा सी एक, क्योंकि पहले चैप्टर के बेस से सारा टेस्ट होया वा, और पर है बेसिक, सारी गल्लां बेसिक ने जी। 10th सवाल सी साडा -3/2 मल्टीप्लाई 1/2 तो मल्टीप्लाई 3। जो फ्रैक्शन हो तो कोई कला एक सानू इंटीजर दिता हो तो भुलेखा दूर करने लिए आप थले की ला लेने जी 1 ला लेने। तो मल्टीप्लीकेशन के गल है भी जेकर हम देखो सारे एको ही माइनस है तो इतने माइनस रह गई साढ़े को, जेकर होर किते माइनस होंगी फिर माइनस ना माइनस कटी जाती है, मतलब पॉजिटिव आ जाता। अगली गल ये कि ये फ्रैक्शन च उपर वाले मल्टीप्लाई करते हैं तो कटिंग वाला कोई चांस है नहीं गा। 3 3 जा 9 तो 2 2 जा 4। ये साढ़े 10 सालों के आंसर सी
ਬਹੁਤ ਬੱਚੇ ਨੇ ਸਹੀ ਸਵਾਲ ਕੀਤੇ ਨੇ, ਪਰ ਜੇਕਰ ਕਿਸੇ ਨੂੰ ਕੋਈ ਅਜੇ ਕਨਫਿਊਜ਼ਨ ਹੋਵੇ ਉਹਦੇ ਲਈ ਆਪਾਂ ਨੇ ਇਹ ਚਰਚਾ ਕੀਤੀ ਆ। ਥੈਂਕਸ ਸਾਰਿਆਂ ਨੂੰ, ਸਤਿ ਸ੍ਰੀ ਅਕਾਲ।